ਜਿਹੜੇ ਅਕਸਰ ਇਹ ਗੱਲ ਕਰਦੇ ਆ ਕਿ ਮੈਂ ਤਾਂ ਜੀ ਆਪਣੇ ਪੈਰਾਂ ਤੇ ਖੜਾ ਹੋਇਆ, ਮੈਂ ਤਾਂ ਕਿਸੇ ਦਾ ਸਹਾਰਾ ਨਹੀਂ ਲਿਆ ਹੈਗਾ, ਮੈਂ ਤਾਂ ਸੈਲਫ ਮੇਡ ਮੈਨ ਹਾਂ। ਮੈਂ ਤਾਂ ਸੈਲਫ ਮੇਡ ਮੈਨ ਹਾਂ, ਮੈਂ ਤਾਂ ਕਿਸੇ ਦੀ ਮਦਦ ਕੀਤੀ ਹੋਗੀ, ਕਿਸੇ ਤੋਂ ਮਦਦ ਕਰਵਾਈ ਨਹੀਂ ਹੈ। ਆਮ ਕਹਿੰਦੇ ਆ ਨਾ ਸ਼ੁਕਰੇਪਨ ਦਾ ਇਹ ਇੰਤਹਾ ਆ ਜੇ ਇਹ ਕਹਿਣਾ ਹੋਵੇ ਕਿ ਮੈਂ ਤਾਂ ਕਿਸੇ ਦੀ ਮਦਦ ਤੋਂ ਬਿਨਾਂ ਇੱਥੇ ਤੱਕ ਆਇਆ ਜਾ ਕੇ, ਮੈਂ ਤਾਂ ਸੈਲਫ ਮੇਡ ਮੈਨ ਹਾਂ। ਇਹ ਜਿਹੜਾ ਆਪਣੇ ਉਰਦੂ 'ਚ ਅਹਿਸਾਨ ਫਰਾਮੋਸ਼ ਬੰਦੇ ਨੂੰ ਕਹਿ ਦਿੰਦੇ ਆ, ਇਹ ਉਹ ਹੁਣ ਮੈਂ ਤੁਹਾਨੂੰ ਜਨਮ ਤੋਂ ਲੈਣਾ ਜੀ। ਜਿਸ ਦਿਨ ਸਾਡਾ ਜਨਮ ਹੁੰਦਾ ਅਸੀਂ ਪਹਿਲੇ ਦਿਨ ਹੀ ਮਰ ਜਾਣਾ ਸੀ ਜੇ ਸਾਡੀ ਕੋਈ ਮਦਦ ਨਾ ਕਰਦਾ। ਉਦੋਂ ਹੀ ਸਾਡੀ ਡਿਪੈਂਡੈਂਸ ਸ਼ੁਰੂ ਹੋ ਗਈ ਹੈ। ਸਾਡੀ ਪਹਿਲੇ ਦਿਨ ਨਾ ਮਰਦੇ, ਦੂਜੇ ਦਿਨ ਮਰ ਜਾਂਦੇ ਜਾ ਕੇ, ਉਦੋਂ ਹੀ ਸਾਡੀ ਡਿਪੈਂਡੈਂਸ ਸ਼ੁਰੂ ਹੋ ਗਈ। ਜਿਹੜਾ ਅਸੀਂ ਕਹਿੰਦੇ ਸੈਲਫ ਮੇਡ ਹੈ ਨਾ, ਉਹ ਸੈਲਫ ਮੇਡ ਦੇਖ ਲਓ ਕਿੰਨਾ ਗਿਆ। ਇੱਕ ਦਿਨ ਬਿਨਾਂ ਅਸੀਂ ਜੀਣਾ ਜੀ, ਸਾਨੂੰ ਸਾਡੀ ਮਾਂ ਜਾਂ ਭੈਣ ਭਰਾ ਜੋ ਵੀ ਜਿਹੜਾ ਹੈਗਾ, ਸਾਡੇ ਡਾਕਟਰ ਜੋ ਮਦਦ ਸਾਡੀ ਮਦਦ ਨਾ ਕਰਦੇ। ਉਹ ਤੋਂ ਅੱਗੇ ਆ ਜਾਓ ਜੀ। ਹੁਣ ਅਸੀਂ ਕਹਿੰਦੇ ਹਾਂ ਜੀ ਕਿ ਬੰਦੇ ਦਾ ਪਹਿਲਾ ਕੰਮ ਹੈਗਾ ਬੋਲ ਚਾਲ ਲੈ ਲਓ ਤੁਸੀਂ ਪਹਿਲਾਂ। ਹੁਣ ਇਹ ਜਿਹੜੀ ਚਾਲ ਆ, ਤੁਰਨਾ ਸਾਨੂੰ ਨਹੀਂ ਆਉਣਾ ਜੇ ਸਾਨੂੰ ਕਿਸੇ ਨੇ ਸਿਖਾਉਣਾ ਨਹੀਂ ਹੈ। ਇਹ ਸਾਡੇ ਨਾਲੋਂ ਜਿਹੜੇ ਪਸ਼ੂ ਆ ਨਾ, ਉਹ ਬਿਹਤਰ ਆ। ਉਹ ਆਪਣੇ ਆਪ ਚ ਉਹਨਾਂ ਦਾ ਜਿਹੜਾ ਹੈਗਾ, ਉਹ ਆਪਣੇ ਆਪ ਚੱਲਣਾ ਸਿੱਖ ਜਾਂਦਾ। ਜਿਸ ਵੇਲੇ ਹੁਣ ਪਿੰਡਾਂ ਦੇ ਵਿੱਚੋਂ ਸੁਣਨ ਵਾਲੇ ਸਾਡੇ ਬਹੁਤੇ ਵੱਡੇ ਪਿੰਡਾਂ ਦੇ, ਉਹਨਾਂ ਨੂੰ ਪਤਾ ਜਿਸ ਵੇਲੇ ਮੱਝ ਜਾਂ ਗਾਂ ਜਦੋਂ ਉਹ ਸੂੰਦੀ ਆ ਤਾਂ ਉਹਦਾ ਜਿਹੜਾ ਪੈਟਰੋਲ ਜਾਂ ਇੱਕ ਦਿਨ ਵੱਧ ਤੋਂ ਵੱਧ ਲਾ ਦੋ ਜਾਂ ਕੁਝ ਘੰਟੇ ਲਾਉਂਦਾ, ਉਹ ਤੁਰਨਾ ਸ਼ੁਰੂ ਕਰ ਦਿੰਦਾ। ਬੰਦਾ ਇਹਦਾ ਬੱਚਾ ਏਦਾਂ ਨਹੀਂ ਹੈ ਜੀ। ਸਿਖਾਉਂਦੇ ਬੰਦੇ ਦੇ ਬੱਚੇ ਨੂੰ ਸਿਖਾਇਆ ਜਾਂਦਾ ਨਹੀਂ, ਉਹ ਖੜ ਨਹੀਂ ਸਕਦਾ, ਨਹੀਂ ਉਹ ਤੁਰ ਨਹੀਂ ਸਕਦਾ, ਉਹਨੂੰ ਤੁਰਨਾ ਆ ਹੀ ਨਹੀਂ ਸਕਦਾ। ਹੁਣ ਮੈਂ ਤੁਹਾਨੂੰ ਦੱਸਦਾ, ਜਿਸ ਵੇਲੇ ਮੈਨੂੰ ਹੁਣ ਐਗਜ਼ੈਕਟ ਤਾਂ ਨਹੀਂ ਯਾਦ ਹੈ ਕਰਦੀ ਗੱਲ ਹੈ, ਮੈਂ ਪੜ੍ਹਦਾ ਸੀ ਜਾਂ ਪੜ੍ਹਾਉਂਦਾ ਸੀ, ਉਸ ਵੇਲੇ ਇੱਕ ਕੇਸ ਆਇਆ ਜੀ ਵੀ ਇੱਕ ਬੱਚੇ ਦਾ ਜਨਮ ਹੋਇਆ ਸੀਗਾ ਤੇ ਉਹ ਜਨਮ ਤੋਂ ਥੋੜੀ ਦੇਰ ਬਾਅਦ ਉਹਨੂੰ ਜਾਨਵਰ ਚੱਕ ਕੇ ਲੈ ਗਏ। ਉਹਨੂੰ ਜਾਨਵਰ ਚੱਕ ਕੇ ਲੈ ਗਿਆ ਤਾਂ ਕਿੰਨੇ ਸਾਲ ਜੀ ਉਹ ਜਾਨਵਰਾਂ ਦੇ ਵਿੱਚ ਹੀ ਰਿਹਾ। ਉੱਥੇ ਜਾਨਵਰਾਂ ਨੇ ਉਹਨੂੰ ਮਾਰਿਆ ਨਹੀਂ, ਉੱਦਾਂ ਹੀ ਜਾਨਵਰਾਂ ਵਾਂਗ ਰਿਹਾ। ਉਹ ਤੋਂ ਬਾਅਦ ਆਪਣੇ ਜੰਗਲਾਤ ਵਾਲਿਆਂ ਨੂੰ ਕਿਤੇ ਪਤਾ ਲੱਗਾ ਜੀ, ਤਾਂ ਉਹਨੇ ਉਹ ਭੇਜਤਾ ਬੰਦੇ ਦਾ, ਉਹਨੇ ਫੜ ਲਿਆ ਜੀ। ਉਹ ਜੇ ਸੁਣਨ ਵਾਲਿਆਂ ਨੂੰ ਯਾਦ ਹੋਊਗਾ, ਉਹਦਾ ਨਾਂ ਫਿਰ ਰਾਮੂ ਰੱਖਿਆ ਸੀਗਾ, ਰਾਮੂ ਦੀ ਵੁਲਫ ਬॉय ਉਹਨੂੰ ਕਹਿੰਦੇ ਸੀ, ਰਾਮੂ ਦੀ ਵੁਲਫ ਬॉय। ਉਹ ਜਿਹੜਾ ਬੱਚਾ ਸੀਗਾ 10-12-14 ਸਾਲ ਦਾ ਹੋ ਗਿਆ ਸੀ ਤੇ ਉਹ ਚੌਹਾਂ ਲੱਤਾਂ ਭਾਰੇ ਦੌੜਦਾ ਸੀ। ਅੱਛਾ, ਜਾਨਵਰ ਦੀ ਰੀਸ। ਉਹ ਜਿੱਦਾਂ ਜਾਨਵਰ ਸੀ ਉਦਾਂ ਹੀ ਉਹ ਦਰਖਤ ਤੇ ਇੱਕਦਮ ਚੜ ਜਾਂਦਾ ਸੀ ਛੇਤੀ, ਤੇ ਉਹ ਜਿਹੜਾ ਚੌਹਾਂ ਲੱਤਾਂ ਪਰ ਤੁਰਦਾ ਸੀ ਉਦਾਂ ਹੀ ਚੀਕਾਂ ਮਾਰਦਾ ਸੀ ਉਹ। ਤੇ ਉਹ ਜਿਹੜਾ ਸੀ ਉਹਨੂੰ ਜਾਨੀ ਤੁਰਨਾ ਹੀ ਨਹੀਂ ਆਇਆ। ਹੁਣ ਸੈਲਫ ਮੇਡ ਮੈਨ ਦੀ ਮੈਂ ਗੱਲ ਕਰ ਰਿਹਾ, ਜਿਹੜਾ ਕਹਿੰਦੇ ਆ ਵੀ ਅਸੀਂ ਤਾਂ ਆਪਣੇ ਸਾਡੇ ਤੇ ਕਿਸੇ ਦੀ ਮਦਦ ਲਈ ਨਹੀਂ ਅਸੀਂ। ਤੁਰਨਾ ਵੀ ਸਾਨੂੰ ਇਹ ਸਿਖਾਇਆ ਗਿਆ। ਸਾਡੇ ਨਾਲੋਂ ਤਾਂ ਇਸ ਗੱਲ ਦੇ ਵਿੱਚ ਜਿਹੜੇ ਪਸ਼ੂਆਂ ਦੇ ਬੱਚੇ ਉਹ ਬਿਹਤਰ ਆ, ਉਹ ਕਮ ਸੇ ਕਮ ਆਪਣੇ ਆਪ ਤੁਰਤਾ ਲੈਂਦੇ ਆ ਨਾ। ਅਸੀਂ ਤਾਂ ਤੁਰ ਵੀ ਨਹੀਂ ਸਕਦੇ ਆਪਣੇ ਆਪ ਤੇ ਜੇ ਸਾਨੂੰ ਮਦਦ ਨਾ ਮਿਲੀ ਜਾ ਕੇ। ਅੱਛਾ, ਅੱਗੇ ਇਹ ਸਾਡੀ ਚਾਲ ਆ ਗਈ। ਅੱਗੇ ਬੋਲ ਆ ਜਾਓ ਜੀ। ਬੋਲਣਾ ਜਿਹੜਾ ਹੈਗਾ, ਇੱਕ ਵਾਰ ਹਿਸਟਰੀ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਜੀ, ਅਕਬਰ ਬਾਦਸ਼ਾਹ ਜਿਹਦਾ ਸਾਰੇ ਨਾਂ ਜਾਣਦੇ ਆ, ਮੈਂ ਉਹਨਾਂ ਨੂੰ ਫਿਰ ਦੁਆ ਕਰਨਾ ਪਿਆ। ਅਕਬਰ ਬਾਦਸ਼ਾਹ ਦਾ ਸਮਝੋ ਤੀਜੇ ਚੌਥੇ ਪੰਜਵੇਂ ਗੁਰੂ ਸਾਹਿਬਾਨ ਦਾ ਟਾਈਮ ਉਹਦਾ ਸੀਗਾ ਜਾ ਕੇ, ਤੇ 1600। ਅੱਛਾ, ਅਕਬਰ ਦੇ ਮਨ ਦੇ ਵਿੱਚ ਇਦਾਂ ਸੀਗੀ ਜਾ ਕੇ ਵੀ ਕੋਈ ਉਹੋ ਜਿਹੀ ਚੀਜ਼ ਕੱਢੀ ਜਾਵੇ ਜਿਹੜੀ ਨੈਚੁਰਲ ਹੋਵੇ, ਕੁਦਰਤੀ ਹੋਵੇ ਜਿਹੜੀ ਗੱਲ, ਉਧਰ ਉਹ ਇਨਸਾਨ ਉਦਾਂ ਦਾ ਬਣਨਾ ਚਾਹੀਦਾ। ਤੇ ਉਹਨੇ ਇੱਕ ਮਜ਼ਹਬ ਦੀ ਵੀ ਕੋਸ਼ਿਸ਼ ਕੀਤੀ, ਦੀਨੇ ਇਲਾਹੀ ਚਲਾਇਆ। ਉਹਨੇ ਕੋਸ਼ਿਸ਼ ਕੀਤੀ ਵੀ ਸਾਰੇ ਮਜ਼ਹਬਾਂ ਦਾ ਜਿਹੜਾ ਚੰਗਾ ਪਾਣਿਆ ਉਹ ਇਹਦੇ ਵਿੱਚ ਲਿਆ ਕੇ ਐਡ ਕਰਤਾ ਜਾਵੇ, ਉਹ ਫਿਰ ਅਸਲ ਮਨੁੱਖ ਦਾ ਧਰਮ ਉਹ ਹੋਊਗਾ, ਉਹਨੇ ਕਿਹਾ। ਤੇ ਫਿਰ ਨਾਲ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਕੰਪਾਈਲੇਸ਼ਨ ਹੋਈ 1604 ਵਿੱਚ, ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਦਾਂ ਦਾ ਗ੍ਰੰਥ ਪੰਜਾਬ ਇਦਾਂ ਬਣਿਆ। ਤੁਸੀਂ ਕਿਹਾ ਮੈਂ ਲਿਆ ਕੇ ਸੁਣਾਓ। ਭਾਈ ਦੇ 1605 ਉਹਨਾਂ ਦੀ ਡੈਥ ਹੋ ਗਈ, ਇਸ ਕਰਕੇ ਉਹਨੂੰ ਨਹੀਂ ਦੇਖਦੇ। ਅੱਛਾ, ਉਹ ਕੀ ਹੋਇਆ ਜੀ, ਉਹਦੀ ਇਸੇ ਤਜਰਬੇ ਦੇ ਹਿਸਾਬ ਨਾਲ ਉਹਨੇ ਕੁਛ ਬੱਚੇ ਇਕੱਠੇ ਕੀਤੇ ਜੀ। ਉਹਨੇ ਕਿਹਾ ਵੀ ਇਹ ਜਿਹੜੇ ਬੱਚੇ ਹੈਗੇ ਆ ਇਹਨਾਂ ਨੂੰ ਅਲੱਗ ਰੱਖੋ। ਅਕਬਰ ਨੇ ਛੋਟੇ ਅਲੱਗ ਰੱਖੋ ਬੱਚੇ, ਤਾਂ ਇਹਨਾਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ, ਇਹਨਾਂ ਨੂੰ ਖਾਣਾ ਵਾਣਾ ਦਿਓ, ਚੰਗੀ ਤਰ੍ਹਾਂ ਕੱਪੜਾ ਲੀੜਾ ਨਹਾਉਣ ਧੋਣ ਦਾ ਸਾਰਾ ਕੰਮ ਕਰੋ ਜਾ ਕੇ, ਪਰ ਇਹਨਾਂ ਦੇ ਨਾਲ ਕੋਈ ਵਾਰਤਾਲਾਪ ਨਹੀਂ ਕਰਨਾ ਇਹਨਾਂ ਦਾ ਵਾਕੇ, ਤਾਂ ਕਿ ਇਹ ਜਿਹੜਾ ਫਿਰ ਨੈਚੁਰਲੀ ਨਿਕਲੂਗੇ, ਉਹ ਫਿਰ ਸਾਨੂੰ ਪਤਾ ਲੱਗੂ ਵੀ ਅਸਲ ਮਨੁੱਖ ਆਹ ਹੈ, ਕੁਦਰਤ ਦੀ ਜਿਹੜੀ ਚੀਜ਼ ਹੈ ਉਹ ਆਹ ਚੀਜ਼ ਹੈ। ਬਾਕੀ ਤਾਂ ਸਾਡੀਆਂ ਸਕਾਲੀਆਂ ਚੀਜ਼ਾਂ ਜਾ ਕੇ, ਉਹ ਜਿਹੜਾ ਇਨਸਾਨ ਸਕਾਲਦਾ ਉਹਦੇ ਚ ਸੀ ਵੀ ਉਹ ਅਸਲੀ ਨਹੀਂ ਹੈ, ਜਿਹੜੀ ਕੁਦਰਤ ਨੂੰ ਉਹ ਅਸਲੀ ਹੈ। ਉਹ ਕਰਦੇ ਰਹੇ ਜਿੱਦਾਂ ਉਧਰ 7-8 ਸਾਲ ਦੇ ਬੱਚੇ ਰੱਖੇ, ਬੋਲਣੇ ਨਹੀਂ ਲੱਗੇ ਜੀ। ਜੇ 7-8 ਸਾਲ ਬਾਅਦ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕੀ ਹੈਗਾ ਜਾ ਕੇ, ਬੋਲਣਾ ਹੀ ਨਹੀਂ ਆਇਆ ਜਾ ਕੇ। ਸੋ ਇਹ ਜਿਹੜਾ ਹੈਗਾ, ਇਹ ਬੋਲ ਚਾਲ ਜਿਹੜੀਆਂ ਦੋਏ ਗੱਲਾਂ ਆ, ਇਹ ਸਾਡੀਆਂ ਜਿਹੜੀਆਂ ਸਾਨੂੰ ਸਿਖਾਈਆਂ ਜਾਂਦੀਆਂ, ਸਾਨੂੰ ਸਾਡੇ ਮਾਂ-ਬਾਪ ਸਿਖਾਉਂਦੇ ਆ ਜਾਂ ਸਾਨੂੰ ਮੁਆਸ਼ਰਾ। ਆਪਾਂ ਜਿਹੜੇ ਉਹ ਲੋਕ ਕਹਿੰਦੇ ਆ ਕਿ ਅਸੀਂ ਸੈਲਫ ਮੇਡ ਆ, ਉਸ ਗੱਲ ਨੂੰ ਟਵਿਸਟ ਨਾ ਕਰੀਏ। ਉਹ ਗੱਲ ਜਦੋਂ ਕਰਦੇ ਆ, ਉਹ ਗੱਲ ਕਰਦੇ ਜਦੋਂ ਐਡਲਟ ਹੋ ਜਾਂਦੇ ਆ, ਜਦੋਂ ਉਹ ਬਾਲਗ ਬਣ ਜਾਂਦੇ ਆ, ਤਕੜੇ ਹੋ ਜਾਂਦੇ ਆ,
ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਹੁੰਦਾ, ਉਦੋਂ ਕਹਿੰਦੇ ਆ ਕਿ ਮੈਂ ਕੰਮ ਕਰਕੇ ਆਪ ਸਭ ਕੁਝ ਬਣਾਇਆ, ਮੈਂ ਸਟਰੋਂਗ ਪਰਸਨ ਹਾਂ, ਮੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਸੀ, ਆ ਜੋ ਕੁਝ ਵੀ ਮੈਂ ਕਾਇਮ ਕੀਤਾ ਇਹ ਮੈਂ ਐਜ਼ ਐਨ ਐਡਲਟ, ਦੇਖੋ ਬਚਪਨ ਦੀ ਤਾਂ ਗੱਲ ਤੁਸੀਂ ਕਰਤੀ, ਹਾਂ, ਪਰ ਅਸਲੀ ਗੱਲ ਉਹ ਇਹ ਕਹਿ ਰਹੇ ਹੁੰਦੇ। ਹਾਂ, ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਹੁਣ ਇਹ ਛੋਟੀ ਜਿਹੀ ਗੱਲ ਇੱਥੇ ਦੇਖ ਲਓ ਤੁਸੀਂ। ਹੁਣ ਜਿਸ ਵੇਲੇ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ, ਮੈਂ ਆਇਆ ਵੀ ਕਸ਼ਮੀਰਾ ਤੋਂ ਆਇਆ ਹੈ, ਅੱਜ ਬੋਲਣਾ ਜਾ ਕੇ ਲੈਕਚਰ ਕਰਨਾ ਹੈ। ਕਸ਼ਮੀਰਾ ਤੋਂ ਦਾ ਆਪਣਾ ਤਿਆਰ ਕੀਤਾ ਹੈ ਲੈਕਚਰ, ਆਪਣਾ ਹੈਗਾ ਜਾ ਕੇ, ਇਹਦਾ ਕਿਸੇ ਨੂੰ ਕੀ ਗੱਲ। ਇੱਥੇ ਜਿਹੜੇ ਨੌਜਵਾਨ ਫਿਰਦੇ ਆ, ਕੋਈ ਮਾਈਕ ਸੈੱਟ ਕਰਦਾ ਗਿਆ, ਕੋਈ ਦੂਆ ਸੈੱਟ ਕਰਦਾ, ਕਿਸੇ ਨੇ ਟੈਲੀਵਿਜ਼ਨ ਸੈੱਟ ਕੀਤੀ, ਕਿਸੇ ਨੇ ਆਵਾਜ਼ ਸੈੱਟ ਕੀਤੀ ਜਾ ਕੇ, ਕਿਸੇ ਨੇ ਮਾਈਕ ਮੇਰੇ ਟਿਕਾਇਆ, ਕੋਈ ਉਧਰ ਦੇਖ ਰਿਹਾ ਵੀ ਆਵਾਜ਼ ਠੀਕ ਜਾ ਰਹੀ ਹੈ, ਫੋਟੋ ਠੀਕ ਜਾ ਰਹੀ। ਸਿੰਦਾ ਵੀ ਇਹਨਾਂ ਬੰਦਿਆਂ ਤੋਂ ਬਿਨਾਂ ਮੇਰੀ ਆਵਾਜ਼ ਦਾ ਕਮਰਾ ਨਹੀਂ ਬਾਹਰ ਜਾ ਸਕਦੀ। ਜਿਹੜੀ ਲੱਖਾਂ ਜਾਂ ਹਜ਼ਾਰਾਂ ਲੋਕਾਂ ਤੱਕ ਆਵਾਜ਼ ਜਾਂਦੀ ਆ, ਉਹ ਇਹਨਾਂ ਬੰਦਿਆਂ ਕਰਕੇ ਆ ਜਿਹਨੇ ਇਹ ਮਦਦ ਕਰ ਰਹੇ ਆ ਇਹਨੂੰ ਚਲਾਉਣ ਦੇ ਵਿੱਚ। ਸੋ ਜੇ ਮੈਂ ਕਹਾਂ ਜਾ ਕੇ ਨਹੀਂ ਜੀ ਮੈਂ ਤਾਂ ਆਪਣੇ ਆਪ ਦੇ ਵਿੱਚ ਕਰ ਰਿਹਾ ਜਾ ਕੇ, ਕਸ਼ਮੀਰਾ ਸੂਦ ਆਪਣਾ ਬੋਲਦਾ ਹੈਗਾ, ਫਿਰ ਹਾਈਟ ਆਫ ਇਨਗ੍ਰੈਟੀਟਿਊਡ ਹੋਊਗੀ। ਇਹ ਜਿਹੜੇ ਨੌਜਵਾਨ ਹੀਰੋ ਆ ਜਿਹੜੇ ਬਣਾ ਕੇ ਗਏ ਆ ਕੰਮ, ਕੋ ਰੋਲ ਤੇ ਇਹਨਾਂ ਦਾ ਆ, ਟੀਮ ਦਾ, ਇਹ ਟੀਮ ਦਾ, ਇਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਮੈਂ ਮਿਸਾਲ ਦਿੱਤੀ ਹੈ ਛੋਟੀ। ਹਾਂ, ਤੇ ਉਹ ਜਿਹੜੇ ਹੈਗੇ ਆ ਉਹ ਤੋਂ ਬਿਨਾਂ ਕੀ ਸੀ, ਜੇ ਸੈੱਟੇ ਨਾ ਕਰਦੇ, ਮਾਈਕੇ ਨਾ ਹੁੰਦਾ, ਆਹੇ ਨਾ ਹੁੰਦਾ, ਬੰਦ ਕਰਦੇ, ਕੁਝ ਵੀ ਨਾ ਹੁੰਦੀ, ਬਸ ਗੱਲ ਖਤਮ ਹੋ ਜਾਣੀ ਸੀ ਜਾ ਕੇ। ਸੋ ਇਸ ਕਰਕੇ ਇਨਸਾਨ ਜਿਹੜਾ ਆ ਹਰ ਚੀਜ਼ ਇਦਾਂ ਹੀ ਆਪਣੇ ਜਿਹੜਾ ਹੈਗਾ ਡਿਪੈਂਡੈਂਸ। ਮੈਂ ਇੱਕ ਹੋਰ ਤੋਂ ਦੱਸ, ਮੈਂ ਉਹ ਪੜ੍ਹਦਾ ਸੀ ਤਾਂ ਸਾਡੇ ਇੱਕ ਮੁੰਡਾ ਸੀ ਜੀ, ਉਹ ਬ੍ਰਿਲੀਅੰਟ ਸੀ, ਹਿਸਾਬ ਉਹਨੂੰ ਬਹੁਤ ਆਉਂਦਾ ਸੀ। 100/100 ਆਉਂਦੇ ਹੁੰਦੇ ਸੀ ਉਹਦੇ ਨੰਬਰ, ਮੈਥਮੈਟਿਕਸ। ਹਾਂਜੀ, 100/100 ਨੰਬਰ ਆਉਂਦੇ ਹੁੰਦੇ ਸੀ। ਤੇ ਉਹ ਕਹਿੰਦੇ ਹੁੰਦੇ ਸੀ ਵੀ ਇਹਨੂੰ ਸਾਰੀ ਡਿਕਸ਼ਨਰੀ ਆਉਂਦੀ ਹੈ। ਅੱਛਾ। ਹਾਂ, ਉਹਨੂੰ ਮੈਂ ਇੱਕ ਵਾਰ ਪੁੱਛਿਆ ਵੀ, ਉਹ ਕਹਿੰਦਾ ਇਹ ਮੈਂ ਇਦਾਂ ਚੇਤੇ ਕੀਤੀ ਸੀ, ਮੈਂ ਰੋਜ਼ ਇੱਕ ਸਫਾ ਚੇਤੇ ਕਰ ਲੈਂਦਾ ਹੁੰਦਾ ਸੀਗਾ, ਇੰਨੇ ਸਾਲ ਦੇ ਵਿੱਚ ਮੇਰੇ ਹੋ ਗਏ। ਹੁਣ ਕਿੱਥੇ ਤੱਕ ਸਹੀ ਹੈ ਮੈਨੂੰ ਨਹੀਂ ਪਤਾ, ਪਰ ਇਹ ਕਹਿੰਦੇ ਸੀ ਇਹਨੂੰ ਡਿਕਸ਼ਨਰੀ ਆਉਂਦੀ ਸਾਰੀ ਹੈ, ਗ੍ਰਾਮਰ ਹੋਣਾ। ਹਾਂ, ਇਹ ਨਹੀਂ ਵੀ ਉਹ ਬੰਦਾ ਜਿਹੜਾ ਜੀ ਉਹ ਜੋ ਪੜ੍ਹਨਾ ਚਾਹੁੰਦਾ ਸੀਗਾ, ਉਹਦੇ ਘਰਦਿਆਂ ਨੇ ਕਿਹਾ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ, ਵੀ ਅਸੀਂ ਅਫੋਰਡ ਨਹੀਂ ਕਰ, ਸਾਡੇ ਕੋਲ ਇੰਨੇ ਪੈਸੇ ਹੈ ਨਹੀਂ। ਉਹ ਟਿਊਸ਼ਨਾਂ ਕਰਨ ਲੱਗ ਪਿਆ ਜੀ। ਉਹ ਟਿਊਸ਼ਨਾਂ ਹਜ਼ਾਰ ਦੀਆਂ ਕਰਕੇ ਉਹ ਪੜ੍ਹ ਕੇ ਐਮਏ ਕਰ ਲਈ ਜੀ। ਐਮਏ ਕਰਕੇ ਜਾ ਕੇ ਉਹ ਹੌਲੀ ਹੌਲੀ ਜਿਹੜਾ ਹੈਗਾ ਆ ਉਹ ਤਹਿਸੀਲਦਾਰ ਬਣ ਗਿਆ। ਅੱਛਾ, ਤਹਿਸੀਲਦਾਰ ਬਣ ਗਿਆ ਜੀ। ਤੇ ਔਰ ਉਹਦੇ ਵਿੱਚ ਉਹ ਸੀ ਵੀ ਮੈਂ ਜਿਹੜਾ ਹੈਗਾ ਆ ਸੈਲਫ ਮੇਡ ਮੈਨ ਹੈਗਾ ਜਾ ਕੇ ਸੀਗਾ। ਅੱਛਾ, ਉਹ ਜਿਸ ਵੇਲੇ ਬਣ ਗਿਆ, ਮੈਂ ਤੁਹਾਨੂੰ ਦੱਸਾਂ ਜੀ, ਉਹ ਜਿਸ ਵੇਲੇ ਬਣ ਗਿਆ ਤੇ ਉਹਦੀ ਮਦਦ ਸਿੱਖ ਹੋ ਗਈ ਜੀ। ਅੱਛਾ, ਗਰੀਬੀ ਤਾਂ ਘਰ ਵਿੱਚ ਸੀਗੀ, ਉਹ ਘਰਦਿਆਂ ਨਾਲ ਕੋਈ ਤਾਲੁਕ ਨਹੀਂ ਰੱਖਿਆ ਤੇ ਉਹ ਰੱਖਿਆ। ਉਹ ਕਹਿੰਦਾ ਵੀ ਮੇਰਾ ਕੋਈ ਤਾਲੁਕ ਨਹੀਂ, ਮੈਨੂੰ ਮਦਦ ਨਹੀਂ ਕੀਤੀ ਹੈ ਮੇਰੀ ਪੜ੍ਹਾਈ ਦੇ ਵਿੱਚ, ਸਾਡੇ ਕਹਿੰਦੇ ਅਸੀਂ ਅਫੋਰਡ ਨਹੀਂ ਕਰ ਸਕਦੇ ਹੈ। ਉਹ ਜਿਸ ਵੇਲੇ ਮਦਦ ਸਿੱਖ ਹੋ ਗਈ ਤਾਂ ਉਹਦੇ ਫਾਦਰ ਨੂੰ ਕਿਸੇ ਨੇ ਕਿਹਾ ਵੀ ਉਹਦੇ ਕੋਲ ਜਾਓ ਆਪਣੇ, ਤੇ ਉਹ ਮਦਦ ਕਰ ਸਕਦਾ, ਪੈਸੇ ਦੀ ਤੰਗੀ ਆ ਕਿ ਇਲਾਜ ਹੋਵੇ ਨਾ ਜਾ ਕੇ। ਤੇ ਉਹਦੇ ਫਾਦਰ ਨੇ ਕਿਹਾ ਜੀ ਵੀ ਸਾਡੇ ਤੋਂ ਤਾਲੁਕਾਤ ਹੈ ਨਹੀਂ। ਉਹ ਬੋਲਤੇ, ਉਹ ਕਹਿੰਦੇ ਨਹੀਂ ਫੇਰ ਵੀ ਨੌਹਾਂ ਨਾਲੋਂ ਮਾਸ ਜਿਹੜਾ ਹੈ ਉਹ ਵੱਖ ਥੋੜ੍ਹਾ ਹੋ ਸਕਦਾ, ਮਾਂ ਆ ਬਿਮਾਰ, ਉਹਦੇ ਕੋਲ ਜਾਓ ਜੀ। ਕਿਹਾ ਕੋਈ ਉਹਨੇ ਜਾ ਕੇ ਉਹ ਚਲੇ ਗਿਆ ਜੀ। ਤੇ ਉਹਨਾਂ ਨੂੰ ਕਿਹਾ ਪੈਦੇ ਦਾ ਕਰਕੇ ਤੇਰੀ ਮਦਦ ਸਿੱਖਿਆ ਜੀ ਤਾਂ ਤੂੰ ਉਹ ਮੋਰਿਓ ਕਹਿੰਦਾ ਜੀ, ਉਹ ਕਹਿੰਦਾ ਉਹ ਚੇਤਾ ਹੈ ਜਦ ਉਸ ਵੇਲੇ, ਹੁਣ ਤੁਹਾਡੇ ਕੋਲ ਪੈਸੇ ਹੈ ਨਹੀਂ, ਜਿਸ ਵੇਲੇ ਮੈਂ ਪੈਸੇ ਮੰਗਦਾ ਸੀਗਾ ਤਾਂ ਕਹਿੰਦੇ ਤੇਰੀ ਪੜ੍ਹਾਈ ਲਈ ਸਾਡੇ ਕੋਲ ਪੈਸੇ ਹੈ ਨਹੀਂ, ਤੇ ਹੁਣ ਕਹਿੰਦਾ ਤੁਹਾਡੇ ਇਲਾਜ ਲਈ ਮੇਰੇ ਕੋਲ ਪੈਸੇ ਹੈ ਨਹੀਂ। ਅੱਛਾ, ਹੁਣ ਤੁਹਾਡੇ ਲਈ ਵਾਸਤੇ ਮੇਰੇ ਕੋਲ ਪੈਸੇ ਹੈ ਨਹੀਂ, ਤੇ ਇਸ ਕਰਕੇ ਆਈ ਐਮ ਸੌਰੀ ਕਹਿੰਦਾ। ਉਸ ਚਲਾ ਮੈਂ ਨਹੀਂ ਮਦਦ ਕਰ ਸਕਦਾ ਕਿਉਂਕਿ ਮੈਂ ਸੈਲਫ ਮੇਡ ਮੈਨ ਹਾਂ, ਕਿਉਂਕਿ ਮੈਂ ਤਾਂ ਆਪਣੇ ਆਪ ਪੜ੍ਹਿਆ ਜਾ। ਉਹਨੂੰ ਸਾਰੀਆਂ ਗੱਲਾਂ, ਰੋਟੀ ਪਾਣੀ, ਕੱਪੜਾ ਲੀੜਾ, ਘਰ ਵਿੱਚ ਜੋ ਰਹਿਣਾ, ਉਹ ਸਾਰਾ ਉਹਨੂੰ ਭੁੱਲ ਗਿਆ। ਉਹਨੂੰ ਉਹੀ ਚੇਤੇ ਰਹਿ ਗਿਆ ਵੀ ਮੈਂ ਟਿਊਸ਼ਨਾਂ ਕਰਕੇ ਜਿਹੜਾ ਸੀਗਾ ਸੈਲਫ ਮੇਡ ਮੈਨ ਬਣਿਆ ਜਾ ਕੇ। ਸੋ ਮੇਰਾ ਉੱਥੋਂ ਕਹਿਣ ਤੋਂ ਉੱਥੇ ਸਭ ਇਹ ਮਤਲਬ ਇਹ ਆ ਕਿ ਜੇ ਤੁਹਾਡੇ ਵਿੱਚ ਗ੍ਰੈਟੀਟਿਊਡ ਨਹੀਂ ਹੈ ਤਾਂ ਨੌਹਾਂ ਨਾਲੋਂ ਮਾਸ ਵੀ ਵੱਖ ਹੋ ਜਾਂਦਾ। ਜੇ ਤੁਹਾਡੇ ਚ ਗ੍ਰੈਟੀਟਿਊਡ ਨਹੀਂ, ਜੇ ਸ਼ੁਕਰਗੁਜ਼ਾਰੀ, ਜੇ ਉਹਨੂੰ ਮਾਂ-ਬਾਪ ਦਾ ਉਹ ਰੂਪ ਦਿਸਦਾ ਵੀ ਮੈਨੂੰ ਜਨਮ ਤੋਂ ਲੈ ਕੇ ਇੱਥੇ ਤੱਕ ਲਿਆਂਦਾ ਜਾ ਕੇ, ਵੀ ਠੀਕ ਹੈ ਵੀ ਮਜਬੂਰੀ ਵੀ ਉਹਨਾਂ ਦੀ ਦੇਖ ਲੈਂਦਾ, ਸੀਖਤ ਕਰ ਲੈਂਦਾ, ਤਾਂ ਆਪਣੀ ਪੜ੍ਹਾਈ ਫਿਰ ਹੋਰ ਗੱਲ ਹੋਣੀ ਸੀ। ਸੋ ਇਹ ਜਿਹੜੀ ਸ਼ੁਕਰਗੁਜ਼ਾਰੀ ਔਰ ਆ ਜਿਹੜਾ ਹੈਗਾ ਆ ਆਪਣੇ ਪੈਰਾਂ ਤੇ ਖੜਾ ਹੋਣਾ, ਇਹ ਜੁੜੀਆਂ ਆ ਦੋ ਗੱਲਾਂ। ਇਹਨਾਂ ਦਾ ਆਪਸ ਵਿੱਚ ਬਹੁਤ ਡੀਪ ਸੰਬੰਧ ਆ। ਜੇ ਤੁਹਾਡਾ ਉਹ ਨਾ ਹੋਇਆ ਤਾਂ ਫਿਰ ਤੁਹਾਡੀ ਜਿਹੜੀ ਹੈਗੀ ਆ ਇਹ ਪੂਰਾ ਨਹੀਂ ਹੋਣੀ ਹੈ ਜਾ ਕੇ। ਤੁਸੀਂ ਵੀ ਇਹੀ ਕਹਿੰਦੇ ਰਹਿਣਾ ਵੀ ਮੈਂ ਆਪਣੇ ਆਪ ਤੇ ਕੀਤਾ ਹੈਗਾ ਜਾ ਕੇ। ਇਹਦੇ ਨਾਲ ਮੈਂ ਇੱਕ ਹੋਰ ਮਿਲਦੀ ਮੈਨੂੰ ਬੈਠੇ ਨੂੰ ਯਾਦ ਆ ਗਿਆ। ਇਹ ਆਪਣੇ ਮੇਰਾ ਖਿਆਲ ਹੈ ਗੱਲ ਹੈਗੀ ਹੈ ਜੀ 1800 ਕੁਛ ਦੀ ਗੱਲ ਹੈ, ਸਕਾਟਲੈਂਡ ਦੀ ਕਹਾਣੀ ਹੈ ਜੀ। ਅੱਛਾ, ਸਕਾਟਲੈਂਡ ਦੇ ਵਿੱਚ ਇੱਕ ਮੁੰਡਾ ਜਿਹੜਾ ਜੀ 20 ਸਾਲ ਦਾ ਮੁੰਡਾ ਹੈ ਜੀ, ਤੇ ਉਹਦੀ ਮਦਰ ਜਿਹੜੀ ਸਿੱਖ ਹੋ ਗਈ ਤੇ ਉਹ ਕੋਚ ਦੇ ਵਿੱਚ ਕੋਚਵਾਨ ਨੂੰ ਨਾਲ ਲੈ ਕੇ ਕੋਚ ਦੇ ਵਿੱਚ ਉਹਨੂੰ ਹਸਪੀਟਲ ਨੂੰ ਲੈ ਕੇ ਜਾਂਦਾ ਜੀ। ਹਸਪੀਟਲ ਨੂੰ ਲੈ ਕੇ ਇਹ ਛਪੀ ਸੀ ਉਹਨਾਂ 'ਚ ਕਹਾਣੀ, ਸੱਚੀ ਕਹਾਣੀ ਹੈ ਜੀ। ਤੇ ਉਹ ਜਿਸ ਵੇਲੇ ਗਿਆ ਜੀ, ਉਹ ਰਾਹ ਦੇ ਵਿੱਚ ਜਿਹੜਾ ਪਹਾੜੀ ਦੇ ਉੱਪਰ ਜਾਂਦੇ ਰਾਹ ਦੇ ਵਿੱਚ ਕੋਚ ਦਾ ਜਿਹੜਾ ਪਹੀਆ ਸੀਗਾ ਜੋ ਡਿੱਚ 'ਚ ਪੈ ਗਿਆ।
ਅੱਛਾ। ਉਹ ਕੋਚ ਉੱਤੇ ਸਟਕ ਹੋ ਗਈ ਜੀ, ਕੋਚ ਸਟਕ ਹੋ ਗਈ, ਮਾਂ ਦੀ ਹਾਲਤ ਖਰਾਬ ਹੋਈ। ਹੋਰ ਕੀ ਕੀਤਾ ਜੀ, ਉਹ ਆਪਣੇ ਕੋਚਵਾਨ ਨੂੰ ਕਹਿੰਦਾ ਵੀ ਤੂੰ ਇਦਾਂ ਕਰ ਵੀ ਮਾਂ ਨੂੰ ਘੋੜੇ ਉੱਤੇ ਉਠਾ ਕੇ ਹਸਪਤਾਲ ਨੇੜੇ ਹੀ ਆ ਉੱਥੇ ਲੈ ਜਾ, ਤੇ ਬਾਈ ਦਾ ਟਾਈਮ ਜਿਹੜਾ ਹੈਗਾ ਮੈਂ ਪਈਆ ਕੱਢ ਲਊਂਗਾ, ਤਾਂ ਫਿਰ ਆ ਕੇ ਇਹਨੂੰ ਆਪਾਂ ਚੱਲ ਜਾਵਾਂਗੇ, ਪਰ ਪਹਿਲਾਂ ਇਹਦਾ ਹਸਪੀਟਲ ਪਹੁੰਚਣਾ ਬਹੁਤ ਜ਼ਰੂਰੀ ਆ। ਉਹ ਲੈ ਗਿਆ ਜੀ, ਉਹ ਉੱਥੋਂ ਨਿਕਲ ਕੇ ਜਾਂਦੇ ਹੀ ਆ ਜੀ, ਸਨੋ ਸਟੋਰਮ ਆ ਗਈ ਜੀ। ਅੱਛਾ। ਸਨੋ ਸਟੋਰਮ ਇੰਨੀ ਬਲਿਜ਼ਰਡ ਆਇਆ ਜੀ, ਕਹਿੰਦੇ ਜਾ ਕੇ ਵੀ ਜਿਸੇ ਨਾ ਕੁਝ ਵੀ ਸਭ ਕੁਝ, ਉਹ ਮੁੰਡਾ ਜਿਹੜਾ ਸੀ ਉਹਦੇ ਵਿੱਚ ਪਿਆ, ਉਹ ਦੱਬ ਹੋ ਗਿਆ, ਲੱਤ ਉਹਦੀ ਦੱਬ ਹੋ ਗਈ ਵਿੱਚ ਜੀ। ਉਹ ਉਧਰੋਂ ਉਹ ਵਾਪਸ ਨਾ ਆ ਸਕੇ ਜੀ, ਕਿਉਂਕਿ ਸਨੋ ਸਟੋਰਮ ਇੰਨੀ ਸੀ। ਕਿੱਸਾ ਕੋਤਾ ਕਹਿੰਦੇ ਇਹ ਵੀ ਜਦ ਸਵੇਰ ਤੱਕ ਉਹ ਥਮੀ ਜਿਹੜੀ ਸਟੋਰਮ ਸੀਗੀ, ਤਾਂ ਉਹ ਆਏ ਤਾਂ ਉਹਨੂੰ ਕੱਢਿਆ, ਤੇ ਉਹਨੂੰ ਮੁੰਡੇ ਨੂੰ ਕੱਢ ਕੇ ਉਹ ਹਸਪੀਟਲ ਲੈ ਗਏ ਜੀ। ਹਸਪੀਟਲ ਲੈ ਗਏ, ਜਦ ਹਸਪੀਟਲ ਗਏ ਜੀ, ਤੇ ਉਹ ਹਸਪੀਟਲ ਵਾਲਿਆਂ ਨੇ ਕਿਹਾ ਵੀ ਇਹਦੀ ਤਾਂ ਲੱਤ ਕੱਟਣੀ ਪੈਣੀ ਹੈ, ਕਿਉਂਕਿ ਫਰੀਜ਼ ਹੋ ਗਈ ਲੱਤ, ਜਿਹੜੀ ਹੈਗੀ ਲੱਤ ਕੀ ਹੋ ਗਈ ਆ। ਉਹ ਮੁੰਡੇ ਦੀ ਲੱਤ ਨਹੀਂ ਕੱਟ ਦਿੱਤੀ ਜੀ, ਉਹ ਮੁੰਡੇ ਦੀ ਲੱਤ ਕੱਟ ਦਿੱਤੀ। ਤਾਂ ਜਿਸ ਵੇਲੇ ਉਹ ਖਬਰ ਗਈ ਤਾਂ ਉਹਨੂੰ ਆਇਆ ਜਾ ਕੇ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਇਹ ਤਾਂ ਬਈ ਬੜਾ ਤੇਰੀ ਲੱਤ ਕੱਟੀ ਗਈ। ਤਾਂ ਮੁੰਡੇ ਦਾ ਮੋਰੇ ਬਿਆਨ ਸੀ, ਕਹਿੰਦਾ ਇਹ ਤਾਂ ਮੇਰੀ ਮਾਂ ਨੂੰ ਬਚਾਉਣ ਲਈ ਮੇਰੀ ਲੱਤ ਹੀ ਕੱਟੀ ਗਈ ਆ, ਮੇਰਾ ਤਾਂ ਸਾਰਾ ਸਰੀਰ ਵੀ ਜਾਂਦਾ ਲੱਗਦਾ, ਤਾਂ ਕੋਈ ਗੱਲ ਨਹੀਂ, ਕਿਉਂਕਿ ਇਹਦੀ ਦੇਣ ਹੀ ਹੈ ਸਾਰਾ। ਕਹਿੰਦਾ ਕੀ ਬਾਤ ਹੈ, ਇਹ ਜਿਹੜਾ ਮੇਰਾ ਸਰੀਰ ਆ ਇਹ ਆਪਣੇ ਮੈਂ ਵੀ ਥੋੜੇ ਜਿਹਾ ਇਮੋਸ਼ਨਲ ਜੀ ਇਹ ਸਾਰਾ ਸਰੀਰ ਹੀ ਮੇਰੀ ਮਾਂ ਦੀ ਦੇਣ ਹੈ, ਇਹ ਤਾਂ ਇੱਕ ਲੱਤੇ ਕੱਟ ਹੋਈ ਹੈ, ਬਾਕੀ ਤਾਂ ਜੇ ਹੈਗਾ ਉਹ ਵੀ ਮੈਨੂੰ ਇਹਨੇ ਦਿੱਤਾ ਹੈ। ਹੁਣ ਇਹਦਾ ਔਰ ਉਸ ਮੁੰਡੇ ਦਾ ਮੁਕਾਬਲਾ ਕਰਕੇ ਦੇਖੋ, ਠੀਕ ਹੈ ਨਾ ਸ਼ੁਕਰੇ ਬੰਦੀ ਇੰਤਹਾ ਹੈ, ਤਾਂ ਇੱਧਰ ਉਹ ਮੁੰਡੇ ਦੇ ਮਨ ਦੇ ਵਿੱਚ ਕਿੰਨੀ ਗੱਲ ਹੈਗੀ। ਸੋ ਥਿੰਨ ਸਾਹਿਬ, ਅਸੀਂ ਸੰਬੰਧਾਂ ਦੇ ਵਿੱਚ ਜੀਨੇ ਆ, ਅਸੀਂ ਤੁਸੀਂ ਤਾਂ ਕਹਿੰਦੇ ਆ ਅਸੀਂ ਇੱਕ ਦਿਨ ਨਹੀਂ ਜੀਂਦੇ ਰਹਿ ਸਕਦੇ ਜਾ ਕੇ ਕਿਸੇ ਦੀ ਮਦਦ ਤੋਂ ਬਿਨਾਂ ਜਾ ਕੇ। ਸਵੇਰ ਤੋਂ ਕਹਿਣਾ ਸ਼ੁਰੂ ਕਰ ਦਿਓ ਕਿੰਨੇ ਬੰਦੇ ਦੀ ਮਦਦ ਦੇ ਵਿੱਚ ਅਸੀਂ ਆਉਨੇ ਜਾ ਕੇ। ਇੱਕ ਦਿਨ ਨਹੀਂ ਅਸੀਂ ਜ਼ਿੰਦਾ ਰਹਿ ਸਕਦੇ ਜੇ ਅਸੀਂ ਆਪਣੇ ਸੰਬੰਧਾਂ ਦੇ ਵਿੱਚ ਮਦਦ ਨਾ ਲੈ। ਹੁਣ ਤੁਸੀਂ ਦੇਖੋ, ਸਭ ਤੋਂ ਕਹਿੰਦੇ ਜਿਹੜੀ ਔਖੀ ਸਜ਼ਾ ਜਦ ਕਿਸੇ ਬੰਦੇ ਨੂੰ ਦਿੰਦੇ ਆ, ਸੋਲਿਟਰੀ ਕਨਫਾਈਨਮੈਂਟ ਹੈ। ਇਹਨੂੰ ਕੱਲਾ ਕਰ ਦਿਓ, ਇਹਨੂੰ ਪਤਾ। ਔਰ ਇਹ ਸਭ ਤੋਂ ਵੱਡੀ ਸਜ਼ਾ ਆ। ਤਾਂ ਜੇ ਉਹ ਕਹੇ ਜੀ ਵੀ ਮੈਂ ਤਾਂ ਹੈਗਾ ਹੀ ਕੱਲਾ ਆਏ ਇੱਥੇ ਤਾਂ ਕੱਲਾ, ਫਿਰ ਸਜ਼ਾ ਕਾਹਦੀ ਹੋਈ ਜਾ ਕੇ? ਕੱਲਾ ਨਹੀਂ, ਪੰਜਾਬ ਦੇ ਵਿੱਚ ਕਹਿੰਦੇ ਉੱਤੇ ਕੱਲਾ ਤਾਂ ਰੁੱਖ ਵੀ ਨਾ ਹੋਵੇ ਜਾ ਕੇ, ਕੀ ਕਹਿੰਦੇ। ਸੋ ਅਸੀਂ ਜਦ ਸੰਬੰਧਾਂ ਦੇ ਵਿੱਚ ਰਹਿਣਾ, ਤਾਂ ਸਾਨੂੰ ਇਹ ਗੱਲ ਜ਼ਰੂਰ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ ਵੀ ਅਸੀਂ ਆਪਣੇ ਆਪ ਨਹੀਂ ਇੱਥੇ ਤੱਕ ਆਏ। ਸਾਡਾ ਜੋ ਅਸੀਂ ਇੱਥੇ ਬਣੇ ਹੈਗੇ ਆ, ਇਹਦੇ ਵਿੱਚ ਪਤਾ ਨਹੀਂ ਕਿੰਨਿਆਂ ਕੁ ਬੰਦਿਆਂ ਦਾ ਰੋਲ ਹੈ। ਤੇ ਸਿੰਘ ਸਾਹਿਬ, ਬੰਦਿਆਂ ਦਾ ਰੋਲ ਤਾਂ ਇੱਕ ਇਸ ਪਾਸੇ ਜਦੋਂ ਬਣ ਵੀ ਜਾਂਦਾ ਬੰਦਾ, ਹਾਂ, ਔਰ ਉਸ ਤੋਂ ਬਾਅਦ ਵੀ ਜਿਹੜਾ ਫੰਕਸ਼ਨ ਕਰਨ ਲਈ, ਬੇਸ਼ੱਕ ਉਹਦੀ ਫਿਜ਼ੀਕਲ ਸਟਰੈਂਥ ਹੋ ਸਕਦੀ ਆ, ਮਾਨਸਿਕ ਤੌਰ ਤੇ ਉਹ ਸਟਰੋਂਗ ਹੋ ਸਕਦਾ ਹੈ, ਔਰ ਪੂਰਤੀ ਉਹਦੇ ਕੋਲ ਫਾਈਨੈਂਸ਼ੀਅਲ ਜਿਹੜੀ ਹੈ ਸਕਸੈਸ ਹੋ ਸਕਦੀ ਹੈ। ਲੇਕਿਨ ਬਹੁਤ ਵਾਰੀ ਬੰਦੇ ਨੂੰ ਜਦੋਂ ਬੰਦਾ ਡਾਵਾਂਡੋਲ ਹੁੰਦਾ, ਫਿਰ ਉਹਨੂੰ ਉਹਦੀ ਮੋਰਲ ਸਪੋਰਟ ਦੀ ਜ਼ਰੂਰਤ ਪੈਂਦੀ ਹੈ, ਦੂਸਰੇ ਵਿਅਕਤੀ ਦੀ, ਆਪਣੀ ਸਾਥਣ ਦੀ, ਆਪਣੇ ਸਾਥੀ, ਕਿਸੇ ਦੋਸਤ ਦੀ। ਉਹ ਜਿਹੜਾ ਸਪੋਰਟ ਗਰੁੱਪ ਆ ਨਾ, ਉਹ ਤੁਹਾਨੂੰ ਚਲਾਉਂਦਾ। ਫਿਰ ਉਹ ਚਲਾਉਂਦਾ। ਬਾਹਰ ਦੇਖਣ ਨੂੰ ਬੇਸ਼ੱਕ ਇਸ ਤਰ੍ਹਾਂ ਲੱਗਦਾ ਹੋਏ ਕਿ ਜੀ ਇਹ ਤਾਂ ਬਹੁਤ ਵੱਡਾ ਵਿਅਕਤੀ ਆ, ਇਹ ਤਾਂ ਬੜਾ ਕਾਮਯਾਬ ਹੈ, ਇਹ ਤਾਂ ਬੜਾ ਸੈਲਫ ਸਫੀਸ਼ੀਐਂਟ ਹੈ, ਲੇਕਿਨ ਉਹਦੇ ਪਿੱਛੇ ਹੋਰ ਲੋਕ ਕੰਮ ਕਰ ਰਹੇ ਹੁੰਦੇ, ਬਿਲਕੁਲ, ਜਿਹੜੇ ਉਹਨੂੰ ਮੋਰਲੀ ਖੜਾ ਰੱਖਦੇ। ਬਿਲਕੁਲ। ਉਹ ਦੂਜੇ ਪਾਸੇ ਵੀ ਜਿੱਦਾਂ ਤੁਸੀਂ ਕਿਹਾ ਜਿਹਾ ਵੀ ਫਿਜ਼ੀਕਲੀ ਹੁਣ ਜੇ ਕੋਈ ਬਹੁਤ ਤਕੜਾ ਭਲਵਾਨ ਹੈ, ਤਾਂ ਉਹਨੂੰ ਭਲਵਾਨ ਬਣਾਉਣ ਦੇ ਵਿੱਚ ਕਿੰਨੇ ਬੰਦਿਆਂ ਦਾ ਰੋਲ ਹੈ? ਕਿੰਨਿਆਂ ਬੰਦਿਆਂ ਦਾ ਉਹਦਾ ਰੋਲ ਹੈਗਾ ਜਾ ਕੇ। ਜੇ ਕੋਈ ਬੰਦੇ ਨੇ PhD ਕਰਕੇ ਪ੍ਰੋਫੈਸਰ ਲੱਗਾ ਹੈ ਜਾਂ ਫਿਰ, ਤਾਂ ਉਹਨੂੰ ਉੱਥੇ ਤੱਕ ਲਿਆਉਣ ਵਿੱਚ ਕਿੰਨਿਆਂ ਬੰਦਿਆਂ ਦਾ ਰੋਲ ਹੈਗਾ ਜਾ ਕੇ। ਆ ਫਿਰ ਤੁਸੀਂ ਮੋਰਲ ਸਪੋਰਟ ਵਾਲੀ ਗੱਲ ਵੀ ਕਰ ਲੈ। ਸਥਿਰ ਸਾਹਿਬ, ਪੈਰ ਤੇ ਸਾਨੂੰ ਲੋੜ ਪੈਂਦੀ ਆ, ਪੈਰ ਤੇ ਲੋੜ ਪੈਂਦੀ ਆ। ਅਸੀਂ ਤਾਂ ਜੀਏ ਨਹੀਂ ਸਕਦੇ ਹੈ ਜਾ ਕੇ ਬਿਨਾਂ ਹੈਲਪ ਤੋਂ ਜਾ ਕੇ। ਜਿਹੜਾ ਇਹ ਕਿਹਾ ਜਾਣਾ ਵੀ ਪੈਰਾਂ ਤੇ, ਮੈਨੂੰ ਤਾਂ ਕਈ ਵਾਰ ਏਦਾਂ ਲੱਗਦਾ ਹੁੰਦਾ ਵੀ ਪਾਗਲ ਆ ਬੰਦੇ ਜਿਹੜੇ ਕਹਿੰਦੇ ਆ ਅਸੀਂ ਆਪਣੇ ਪੈਰਾਂ ਤੇ ਖੜੇ ਹੋਏ ਆ। ਪੈਰਾਂ ਤੇ ਤੁਸੀਂ ਕਿੱਦਾਂ ਖੜੇ ਹੋ ਜਾਓਗੇ ਜਾ ਕੇ, ਜਦ ਤੁਸੀਂ ਸੁਸਾਇਟੀ ਦੇ ਵਿੱਚ ਰਹਿਣ ਜਾ ਕੇ? ਤੁਸੀਂ ਸੁਸਾਇਟੀ ਤਾਂ ਇੱਕ ਪਾਸੇ ਥਿੰਨ ਸਾਹਿਬ ਰਹਿ ਗਿਆ, ਅਸੀਂ ਤਾਂ ਜਾਨਵਰਾਂ ਦੀ ਮਦਦ ਤੋਂ ਬਿਨਾਂ ਨਹੀਂ ਚੱਲ ਸਕਦੇ। ਜਾਨਵਰ ਵੀ ਸਾਡੀ ਮਦਦ ਕਰਦੇ ਆ। ਜਦ ਤੋਂ ਇਨਸਾਨ ਨੇ ਇਹਨਾਂ ਨੂੰ ਡੋਮੈਸਟੀਕੇਟ ਕਰਨਾ ਸ਼ੁਰੂ ਕੀਤਾ, ਹੁਣ ਤੁਸੀਂ ਦੇਖੋ ਬੁੱਧ ਸਾਡੀ ਕਿੰਨੀ ਮਦਦ ਕੀਤੀ, ਗਾਂ ਨੇ ਕਿੰਨੀ ਕੀਤੀ, ਮੱਝਾਂ ਨੇ ਕੀਤੀ, ਊਠ ਨੇ ਕਿੰਨੀ ਕੀਤੀ, ਇਹ ਜਾਨਵਰਾਂ ਨੇ ਸਾਡੀ ਕਿੰਨੀ ਮਦਦ ਕੀਤੀ। ਹੁਣ ਸੰਕਟ ਆ ਗਿਆ। ਹੁਣ ਆ ਕਰੋਨਾ ਦੇ ਸੰਕਟ ਦੇ ਵਿੱਚ ਪਪੀਜ਼ ਜਿਹੜੇ ਕੁੱਤੇ ਕਿੰਨੀ ਮਦਦ ਕਰ ਰਹੇ। ਘਰ ਘਰ ਪਪੀ ਰੱਖ ਲਿਆ ਲੋਕਾਂ ਨੇ, ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਐਂਟਰਟੇਨ ਕਰਨ ਲਈ ਜਾਂ ਨੇੜਤਾ ਪੈਦਾ ਕਰਨ ਲਈ। ਕਈ ਲੋਕਾਂ ਨੂੰ ਇਕੱਲ ਵੱਡ ਖਾਂਦਾ ਸੀ, ਉਹਨਾਂ ਨੇ ਕਤੂਰੇ ਰੱਖ ਲਏ, ਉਹ ਕਤੂਰਾ ਉਹਨਾਂ ਦੇ ਪੈਰਾਂ ਚੋਂ ਨਹੀਂ ਉੱਠਦਾ। ਔਰ ਫਿਰ ਤੁਸੀਂ ਕਹੋ ਜੀ ਮੈਨੂੰ ਤਾਂ ਕਿਸੇ ਦੀ ਲੋੜ ਨਹੀਂ ਹੈ, ਮੈਂ ਤਾਂ ਸੈਲਫ ਮੇਡ ਹੈ। ਸਾਨੂੰ ਲੋੜ ਬੰਦਿਆਂ ਦੀ ਕੀ ਹੈ ਥਿੰਨ ਸਾਹਿਬ? ਜੇ ਹੁਣ ਮੈਂ ਸਾਰਿਆਂ ਨੂੰ ਦੱਸਾਂ ਜਾ ਕੇ ਦੇਖੋ, ਸਾਨੂੰ ਤਾਂ ਜਾਨਵਰਾਂ ਦੀ ਇੱਥੇ ਤੱਕ ਲੋੜ ਹੈਗੀ ਹੈ ਜਾ ਕੇ। ਆ ਸਾਡੇ ਜਿਹੜੀਆਂ ਦਵਾਈਆਂ ਨਿਕਲਦੀਆਂ ਨਾ ਹਰ ਬਿਮਾਰੀ ਦੀ, ਪਹਿਲਾਂ ਉਹ ਜਾਨਵਰ ਦੇ ਬੱਚਿਆਂ ਦੇ ਉੱਤੇ ਜ਼ਹਿਰਾਂ ਲਾ ਕੇ ਦੇਖਦੇ ਆ ਜਾ ਕੇ ਵੀ ਉਹਨਾਂ ਨੂੰ ਮਾਰ ਲਓ ਪਹਿਲਾਂ ਜਾ ਕੇ ਉਹਨਾਂ ਤੇ ਕਾਮਯਾਬ ਤਜਰਬਾ ਹੋ ਗਿਆ, ਫਿਰ ਇਨਸਾਨ ਤੇ ਕਰਾਂਗੇ।
ਕਿ ਉਹ ਸਾਡੀ ਮਦਦ ਨਹੀਂ ਕਰ ਰਹੇ ਜਾ ਕੇ। ਫਿਰ ਤੁਸੀਂ ਪਲਾਂਟ ਲਾਈਫ ਤੇ ਆ ਜਾਓ, ਪਲਾਂਟ ਲਾਈਫ ਸਾਡੀ ਮਦਦ ਨਹੀਂ ਕਰ ਰਹੀ ਜੀ। ਸਬਜ਼ੀਆਂ ਅਸੀਂ ਖਾਂਦੇ ਹਾਂ, ਅਸੀਂ ਫਰੂਟ ਖਾਂਦੇ ਹਾਂ, ਅਸੀਂ ਆਹ ਖਾਂਦੇ ਹਾਂ, ਉਹ ਪਲਾਂਟ ਲਾਈਫ ਦੇ ਵਿੱਚ ਆਉਂਦੇ ਆ ਜਾ ਕੇ। ਅੱਛਾ ਸਾਹਿਬ, ਹੁਣ ਇਹਨੂੰ ਇੱਕਦਮ ਵੀ ਤੁਸੀਂ ਰਾਈਟ ਆਫ ਨਹੀਂ ਕਰ ਸਕਦੇ। ਦੇਖੋ, ਕੁਝ ਲੋਕਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀਜ਼ ਕੁਦਰਤੀ ਤੌਰ ਤੇ ਹੁੰਦੀਆਂ ਨੇ। ਮੈਂ ਨਹੀਂ ਕਹਿੰਦਾ ਕਿ ਉਹ ਸੈਲਫ ਸਫੀਸ਼ੀਐਂਟ ਨੇ ਜਾਂ ਉਹ ਸੈਲਫ ਮੇਡ ਨੇ, ਪਰ ਦੂਜੇ ਲੋਕਾਂ ਦੇ, ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਬਨਿਸਬਤ ਉਹਨਾਂ ਦੇ ਵਿੱਚ ਕੁਝ ਕੁਦਰਤੀ ਲੀਡਰਸ਼ਿਪ ਕੁਆਲਿਟੀਜ਼ ਹੁੰਦੀਆਂ ਨੇ, ਜਿਹੜੇ ਉਹ ਦੂਜੇ ਲੋਕਾਂ ਦੀ ਮਦਦ ਲੈ ਕੇ ਹੋਰ ਇਨਹੈਂਸ ਕਰਕੇ Agree। ਤੇ ਫਿਰ ਉਹ ਲੀਡਰ ਬਣ ਜਾਂਦੇ। ਉਹ ਲੱਗੇ ਇਹ ਆ ਕਿ ਹਾਂ ਜੀ ਇਹ ਬੰਦਾ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹਦੀ ਸ਼ਕਤੀ ਜਿਹੜੀ ਦਰਅਸਲ ਉਹਨਾਂ ਲੋਕਾਂ 'ਚ ਹੁੰਦੀ ਹੈ। ਨਪੋਲੀਅਨ ਲੈ ਲਓ ਤੁਸੀਂ, ਕੋਈ ਗੈਂਗਸ ਖਾਨ ਲੈ ਲਓ ਜਾ ਕੇ, ਬੜੇ ਬੜੇ ਲੀਡਰ ਉਹਨਾਂ ਦੇ ਪਿੱਛੇ ਇੱਕ ਪਾਵਰਾਂ ਆ, ਪਰ ਠੀਕ ਹੈ ਉਹਨਾਂ ਦੇ ਵਿੱਚ ਜਿਹੜਾ ਇੱਕ ਹੈਗੀ ਵੀ ਪਾਵਰ ਹੈਗੀ ਆ ਵੀ ਉਹਨਾਂ ਦੇ ਵਿੱਚ ਬਾਕੀਆਂ ਨਾਲੋਂ ਜਿਹੜੀ ਹੈਗੀ ਸਮਰੱਥਾ ਜ਼ਿਆਦਾ ਹੈਗੀ ਹੈ, ਲੀਡਰਸ਼ਿਪ ਦੀ ਕੁਆਲਿਟੀ ਜ਼ਿਆਦਾ ਹੈਗਾ, ਉਹਨਾਂ ਵਿੱਚ ਗੁਣ ਭਾਰੀ ਹੈ ਦੂਜਿਆਂ ਨਾਲੋਂ। ਪਰ ਜੇ ਉਹ ਕਹਿਣ ਵੀ ਅਸੀਂ ਕਿਸੇ ਦੀ ਮਦਦ ਤੋਂ ਬਿਨਾਂ ਜਾ ਕੇ, ਕਿਸੇ ਦੀ ਮਦਦ ਤੋਂ ਬਿਨਾਂ ਤਾਂ ਟੈਂਸਾ ਮੈਂ ਮਦਦ ਤਾਂ ਜਿਹੜੀ ਹੈ ਕਈ ਵਾਰ ਮੈਨੂੰ ਲੱਗਦਾ ਹੁੰਦਾ ਮਰਨ ਤੋਂ ਬਾਅਦ ਵੀ ਇਹਦੀ ਲੋੜ ਰਹਿੰਦੀ ਹੈ ਜਾ ਕੇ। ਤੁਸੀਂ ਫਿਜ਼ਰ ਉੱਤੇ ਜਾਣ ਲਈ ਵੀ ਲੋਕਾਂ ਦੇ ਮੋਢਿਆਂ ਦੇ ਉੱਤੇ ਜਾਂਦੇ ਆ ਜਾ ਕੇ, ਤੁਰ ਕੇ ਨਹੀਂ ਜਾ ਹੁੰਦਾ ਜਾ ਕੇ। ਇਹ ਜਿਹੜੀ ਹੈ ਬਿਲਕੁਲ ਠੀਕ ਹੈ ਜੀ।